ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੈਟਰਡੇ ਨੂੰ ਤੁਹਾਡੇ ਨਾਲ ਫਿਰ ਜੁੜਨ ਲਈ ਆ ਗਏ ਹਾਂ। ਕੀ ਹੋ ਰਿਹਾ ਪ੍ਰੋਪਰਟੀ ਮਾਰਕੀਟ 'ਚ ਕੀ ਚੱਲ ਰਿਹਾ ਹੈ ਔਰ ਬਿਜ਼ਨਸ ਰਿਗਾਰਡਿੰਗ ਜੇ ਤੁਹਾਡੇ ਕੋਈ ਵੀ ਕੁਐਸਚਨ ਹੈ ਤੁਸੀਂ ਲਾਈਵ ਆ ਕੇ ਮੇਰੇ ਨਾਲ ਪੁੱਛ ਸਕਦੇ ਹੋ। ਜਿਹੜੇ ਕੁਐਸਚਨ ਹੈ ਉਹ ਮੋਸਟਲੀ ਮੈਂ YouTube ਤੇ ਲਵਾਂਗਾ ਤੇ ਪਲੀਜ਼ ਮੇਰੇ ਲਿੰਕ ਦੇ ਵਿੱਚ ਜਾ ਕੇ ਤੁਸੀਂ YouTube ਨੂੰ ਫੋਲੋ ਕਰਕੇ ਉੱਥੇ ਮੈਨੂੰ ਸਵਾਲ ਪੁੱਛ ਸਕਦੇ ਹੋ। ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਇੱਕੋ ਸਕਰੀਨ ਤੇ ਫੋਕਸ ਕਰਾਂ, ਬਟ ਜੇ ਤੁਹਾਡਾ ਕੋਈ ਹੋਰ ਕੁਐਸਚਨ ਹੈਗਾ ਆਈ ਵਿਲ ਟਰਾਈ ਟੂ ਆਨਸਰ ਔਨ ਟਿਕਟੋਕ ਐਜ਼ ਵੈਲ। ਫਸਟ ਆਫ ਆਲ ਜੇ ਆਪਾਂ ਚੱਲੀਏ ਇਸ ਟਾਈਮ ਦੇ ਉੱਤੇ ਆਸਟ੍ਰੇਲੀਅਨ ਪ੍ਰੋਪਰਟੀ ਮਾਰਕੀਟ ਦੇ ਵਿੱਚ ਡੈਫੀਨਿਟਲੀ ਸਾਈਨਸ ਆ ਰਹੇ ਆ ਕਿ ਸਲੋਨੈਸ ਹੋਣੀ ਸ਼ੁਰੂ ਹੋ ਗਈ ਹੈ। ਮੋਸਟਲੀ 30% ਜਿਹੜੇ ਇਨਵੈਸਟਰ ਹੈ ਉਹ ਸੈੱਲ ਕਰ ਰਹੇ ਆ ਔਰ 10% ਉਹਨਾਂ ਵਿੱਚੋਂ ਉਹ ਇਨਵੈਸਟਰ ਹੈ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਪ੍ਰੋਪਰਟੀ ਲਈ ਹੈ। ਜਿਹਦਾ ਮਤਲਬ ਹੈ ਕਿ ਉਹ ਲਾਸ ਤੇ ਆਪਣੀਆਂ ਪ੍ਰੋਪਰਟੀਆਂ ਵੇਚ ਰਹੇ ਹੈ, ਜਿਹੜੀ ਮੈਂ ਮੰਨਦਾ ਕਿ ਬਹੁਤ ਮਾੜੀ ਗੱਲ ਹੈ ਔਰ ਇਦਾਂ ਹੋਣਾ ਨਹੀਂ ਚਾਹੀਦਾ। ਜੇ ਤੁਸੀਂ ਉਸ ਸਿਚੁਏਸ਼ਨ ਤੋਂ ਤੇ ਪਲੀਜ਼ ਆਪਣੇ ਆਪ ਨੂੰ ਰੀਕੈਲਕੂਲੇਟ ਕਰੋ। ਕੋਸ਼ਿਸ਼ ਕਰੋ ਕਿ ਤੁਸੀਂ ਆਪਣਾ ਹਿਸਾਬ ਲਗਾ ਕੇ ਉਹ ਪ੍ਰੋਪਰਟੀ ਨੂੰ ਮੈਨੇਜ ਕਿੱਦਾਂ ਕਰ ਸਕਦੇ ਹੋ। ਲਾਸ ਦੇ ਉੱਤੇ ਕੋਈ ਵੀ ਪ੍ਰੋਪਰਟੀ ਵੇਚਣਾ ਬਹੁਤ ਹੀ ਵੱਡੀ ਬੇਵਕੂਫੀ ਆ ਅੰਟਿਲ ਅਨਲੈਸ ਤੁਹਾਨੂੰ ਫਿਜ਼ੀਕਲ ਜਾਂ ਫਾਈਨੈਂਸ਼ੀਅਲ ਬਰਡਨ ਬਹੁਤ ਜ਼ਿਆਦਾ ਵੱਧ ਰਿਹਾ। ਕਿਸੇ ਚੀਜ਼ ਤੋਂ ਡਰ ਕੇ ਉਹ ਤੋਂ ਭੱਜਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਔਰ ਕਦੀ ਵੀ ਜੇ ਤੁਸੀਂ ਇਹ ਸੋਚ ਦੇ ਨਾਲ ਵਧੋਗੇ ਤਾਂ ਆਪਣੀ ਲਾਈਫ ਦੇ ਵਿੱਚ ਇਨਵੈਸਟ ਨਹੀਂ ਕਰ ਸਕਦੇ। ਜੇ ਤੁਸੀਂ ਆਪਣੀ ਲਾਈਫ 'ਚ ਇਨਵੈਸਟ ਕਰਕੇ ਅੱਗੇ ਵਧਣਾ ਚਾਹੁੰਦੇ ਹੋ ਤਾਂ ਹਮੇਸ਼ਾ ਯਾਦ ਰੱਖੋ ਕਿ ਸੌਖਾ ਔਖਾ ਟਾਈਮ ਤੁਹਾਨੂੰ ਦੋਨੇ ਟਾਈਮ ਦੇ ਵਿੱਚ ਨਿਕਲਣਾ ਪਏਗਾ ਔਰ ਇੱਕ ਪਲੈਨਿੰਗ ਦੇ ਪ੍ਰੋਪਰ ਪਲੈਨਿੰਗ ਦੇ ਨਾਲ ਨਿਕਲਣਾ ਪਏਗਾ। ਸੋ ਇਹ ਸੀਗੀ ਮੇਨ ਜਿਹੜੀ ਪ੍ਰੋਪਰਟੀ ਮਾਰਕੀਟ ਦੇ ਵਿੱਚ ਹੋ ਰਹੀ ਹੈ। ਉਸ ਤੋਂ ਬਾਅਦ ਪਿਛਲੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਰਾਈਜ਼ ਆਇਆ ਹੈ ਜਿਹੜੀਆਂ ਪ੍ਰੋਪਰਟੀ ਲਿਸਟ ਹੋ ਰਹੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਸਪਲਾਈ ਹੈ ਉਹ ਹੁਣ ਆਟੋਮੈਟਿਕਲੀ ਮਾਰਕੀਟ 'ਚ ਵੱਧ ਰਹੀ ਹੈ। ਜਿਹੜੇ ਫਸਟ ਹੋਮ ਬਾਇਰ ਹੈ ਮੈਂ ਸੋਚਦਾ ਕਿ ਉਹਨਾਂ ਲਈ ਇਹ ਬਹੁਤ ਹੀ ਸੋਹਣੀ ਓਪਰਚੁਨਿਟੀ ਹੈ ਮਾਰਕੀਟ ਦੇ ਵਿੱਚ ਆ ਕੇ ਨੈਗੋਸ਼ੀਏਟ ਕਰਨ ਦੀ। ਬਿਕੋਜ਼ ਤੁਸੀਂ ਆਪ ਸੋਚੋ ਜੇ 10% ਲੋਕ ਆਪਣੇ ਲਾਸ ਤੇ ਪ੍ਰੋਪਰਟੀ ਵੇਚਣ ਨੂੰ ਤਿਆਰ ਹੈ ਤੇ ਤੁਸੀਂ ਪਿਛਲੇ 2 ਸਾਲ 3 ਸਾਲ ਦੇ ਪ੍ਰਾਈਸ ਤੇ ਪ੍ਰੋਪਰਟੀ ਲੈ ਰਹੇ ਹੋ। ਸੋ ਇਟਸ ਅ ਗੁੱਡ ਓਪਰਚੁਨਿਟੀ ਕਿ ਤੁਸੀਂ ਡਿਸਕਾਊਂਟਡ ਪ੍ਰਾਈਸ ਤੇ ਉਹ ਪ੍ਰੋਪਰਟੀ ਲੈ ਰਹੇ ਹੋ, ਬਟ ਮੇਕ ਸ਼ੋਰ ਕਿ ਹਾਈਪ ਦੇ ਵਿੱਚ ਨਾ ਆਓ। ਜੇ ਤੁਸੀਂ ਫਸਟ ਹੋਮ ਬਾਇਰ ਹੋ ਆਪਣੀ ਜ਼ਰੂਰਤ ਦੇ ਅਨੁਸਾਰ ਕਰ ਲਓ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਲਈ ਉਹ ਘਰ ਪੁਰਾਣਾ ਤੇ ਛੋਟਾ ਡੈਫੀਨਿਟਲੀ ਹੋ ਜਾਏਗਾ। ਚਾਹੇ ਤੁਸੀਂ ਮੈਂਸ਼ਨ ਲੈ ਲਓ ਫਿਰ ਵੀ ਉਹ ਤੁਹਾਡੇ ਲਈ ਛੋਟਾ ਹੋ ਜਾਏਗਾ। ਇਹ ਮੇਰੀ ਪਰਸਨਲ ਐਡਵਾਈਸ ਹੈ। ਹੁਣ ਮੈਲਬਨ ਦੇ ਵਿੱਚ ਜਿਹੜੀਆਂ ਪ੍ਰੋਪਰਟੀਆਂ ਹੈ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਏਰੀਆਜ਼ ਦੇ ਵਿੱਚ ਡਿਫਰੈਂਟ ਪਰਫਾਰਮ ਕਰ ਰਹੀਆਂ। ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਇਫੈਕਟ ਹੋ ਰਹੀ ਹੈ ਉਹ ਹੋ ਰਹੀ ਹੈ ਰੂਰਲ ਏਰੀਆਜ਼ ਦੇ ਵਿੱਚ। ਪ੍ਰੋਬਲਮ ਇਹ ਸੀ ਕੋਵਿਡ ਦੇ ਵਿੱਚ ਜਿਹੜੇ ਰੂਰਲ ਏਰੀਏ ਸੀਗੇ ਉਹਨਾਂ ਦੇ ਵਿੱਚ ਕਾਫੀ ਲੋਕ ਮੂਵ ਕਰ ਗਏ ਸੀਗੇ। ਹੁਣ ਉਹ ਜਦੋਂ ਟਾਈਮ ਖਤਮ ਹੋ ਗਿਆ ਹੈ ਤੇ ਪ੍ਰੋਪਰਟੀ ਉਹ ਵਾਪਸ ਸਿਟੀਜ਼ ਦੇ ਵਿੱਚ ਆ ਰਹੇ ਆ, ਉਹ ਪ੍ਰੋਪਰਟੀਜ਼ ਉਧਰ ਖਾਲੀ ਹੈ ਤਾਂ ਉਹਨਾਂ ਜਿਹੜੀ ਹਾਈਪ ਸੀਗੀ ਮਾਰਕੀਟ ਦੇ ਵਿੱਚ ਉਹ ਬ੍ਰੇਕ ਹੋ ਰਹੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹੋਰ ਜਿਹੜੀ ਹਾਈਪ ਆਉਣੀ ਸ਼ੁਰੂ ਹੋਏਗੀ ਉਹ ਹੋਏਗੀ ਅਪਾਰਟਮੈਂਟ ਮਾਰਕੀਟ ਦੇ ਵਿੱਚ। ਤੁਸੀਂ ਬਹੁਤ ਜ਼ਿਆਦਾ ਆਉਣ ਵਾਲੇ ਟਾਈਮ ਦੇ ਵਿੱਚ ਸੁਣੋਗੇ। ਇਹ ਗੱਲ ਯਾਦ ਰੱਖੋ ਕਿ ਜਿਹੜੇ ਨਿਊਜ਼ ਚੈਨਲ ਹੈ ਦੇ ਆਰ ਸੋਰਟ ਆਫ ਪੇਡ ਮੀਡੀਆ ਐਜ਼ ਵੈਲ। ਜਿੱਦਾਂ ਅਸੀਂ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ ਨਿਊਜ਼ ਚੈਨਲ ਪੇਡ ਮੀਡੀਆ, ਇੱਥੇ ਵੀ ਉਹ ਪੇਡ ਮੀਡੀਆ। ਕੋਈ ਵੀ ਚੀਜ਼ ਜਦੋਂ ਡਿਵੈਲਪਰ ਮਨੀ ਦੇ ਕੇ ਉਹਨਾਂ ਨੂੰ ਪ੍ਰਮੋਟ ਕਰਦੇ ਆ ਉਹਦੇ ਵਿੱਚ ਵੀ ਨਿਊਜ਼ ਚੈਨਲਸ ਦਾ ਕੋਈ ਫਾਈਨੈਂਸ਼ੀਅਲ ਬੈਨੀਫਿਟ ਹੁੰਦਾ ਹੈ। ਕੋਈ ਵੀ ਨਿਊਜ਼ ਚੈਨਲ ਤੁਹਾਨੂੰ ਸਹੀ ਗਾਈਡ ਨਹੀਂ ਕਰੇਗਾ ਕਿ ਤੁਸੀਂ ਕੀ ਕਰਨਾ। ਸੋ ਕੋਸ਼ਿਸ਼ ਕਰੋ ਜਿਹੜੇ ਮੇਨ ਸਟ੍ਰੀਮ ਨਿਊਜ਼ ਚੈਨਲ ਹੈ ਉਹਨਾਂ ਤੋਂ ਬਚ ਕੇ ਰਹੋ। ਆਪਣੀ ਜਿਹੜੀ ਕਿਤਾਬਾਂ ਹੈ ਜਾਂ ਜਿਹੜੇ ਲੋਕਾਂ ਨੇ ਆਲਰੇਡੀ ਕੁਝ ਚੀਜ਼ ਅਚੀਵ ਕਰ ਚੁੱਕੇ ਆ ਉਹਨਾਂ ਕੋਲ ਸਬਕ ਲਓ। ਦੂਸਰੀ ਜਿਹੜੀ ਮੇਨ ਨਿਊਜ਼ ਆਉਂਦੀ ਪਈ ਹੈ ਉਹ ਆਉਂਦੀ ਪਈ ਹੈ ਕਿ ਜਿਹੜੀ ਮੈਲਬਨ ਦੇ ਵਿੱਚ ਔਰ ਮੈਂ ਜਿੱਦਾਂ ਪਹਿਲਾਂ ਵੀ ਕਹਿ ਚੁੱਕਾ ਸੀਗਾ ਕਿ ਉਹ ਏਅਰਬੀਐਨਬੀ ਤੇ ਹੁਣ ਗਵਰਨਮੈਂਟ ਦੀਆਂ ਨਜ਼ਰਾਂ ਹੈ, ਕਿਉਂਕਿ ਕਾਫੀ ਲੋਕਾਂ ਨੇ ਉਹਦੇ ਵਿੱਚ ਪੈਸੇ ਬਣਾਏ ਆ ਤੇ ਗਵਰਨਮੈਂਟ ਨੂੰ ਲੱਗਦਾ ਜੇ ਲੋਕ ਪੈਸੇ ਬਣਾ ਰਹੇ ਆ ਤਾਂ ਅਸੀਂ ਪੈਸੇ ਕਿਉਂ ਨਾ ਬਣਾਈਏ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਡੈਨੀ ਐਂਡਰੂ ਨੇ 7.5% ਦਾ ਜਿਹੜਾ ਏਅਰਬੀਐਨਬੀ ਟੈਕਸ ਹੈ ਉਹ ਲਾਉਣ ਦਾ ਸਪੋਰਟ ਕੀਤੀ ਹੈ ਤੇ ਈਵਨ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਕਿ ਇਹ ਚੰਗੀ ਗੱਲ ਹੈ। ਉਹ ਕਹਿ ਰਹੇ ਕਿ ਜਿਹੜਾ 7.5% ਟੈਕਸ ਲੱਗੇਗਾ ਤੁਹਾਡੀ ਇਨਕਮ ਤੇ, ਜਿਹੜੀ ਤੁਸੀਂ ਉਸ ਸਾਲ ਦੇ ਵਿੱਚ ਇਸ ਏਅਰਬੀਐਨਬੀ ਪ੍ਰੋਪਰਟੀ ਚੋਂ ਇਨਕਮ ਕਮਾਈ ਹੈ ਉਹ ਸੋਸ਼ਲ ਹਾਊਸਿੰਗ ਦੇ ਵਿੱਚ 100% ਲੱਗੇਗੀ। ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡਾ ਪੈਸਾ ਲੈ ਕੇ ਉਹ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ, ਕਈਆਂ ਨੂੰ ਲੋੜ ਹੁੰਦੀ ਹੈ, ਕਈ ਡੋਲ ਬਲਜਰ ਹੁੰਦੇ ਆ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ, ਉਹਨਾਂ ਨੂੰ ਦਿੱਤੇ ਜਾਣਗੇ। ਸੋ ਕੋਸ਼ਿਸ਼ ਕਰੋ ਜਿਹੜਾ ਤੁਹਾਡਾ ਆਪਣਾ ਕੈਸ਼ ਹੈ ਉਹਨੂੰ ਆਪਣਾ ਮੈਨੇਜ ਕਰੋ। ਔਰ ਆਉਣ ਵਾਲੇ ਟਾਈਮ ਦੇ ਵਿੱਚ ਮੈਲਬਨ ਸਿਟੀ ਕਾਉਂਸਲ ਜਿੱਦਾਂ ਮੈਂ ਕਿਹਾ ਸੀਗਾ ਬਿਲਕੁਲ ਹੀ ਏਅਰਬੀਐਨਬੀ ਬੰਦ ਕਰਨ ਦੇ ਚੱਕਰ 'ਚ ਹੈ ਸ਼ਾਰਟ ਟਰਮ ਲੀਜ਼ਿੰਗ, ਕਿਉਂਕਿ ਪ੍ਰੋਪਰਟੀਜ਼ ਬਹੁਤ ਘੱਟ ਅਵੇਲੇਬਲ ਹੈ। ਸੋ ਇਹ ਜਿਹੜੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਆਸਟ੍ਰੇਲੀਅਨ ਪ੍ਰੋਪਰਟੀ ਮਾਰਕੀਟ ਦੇ ਵਿੱਚ ਹੋ ਰਹੀਆਂ, ਪਲੀਜ਼
ਇਹਦਾ ਧਿਆਨ ਰੱਖੋ। ਆਈ ਥਿੰਕ ਜੇ ਮੈਂ ਇਸ ਸਮੇਂ ਫਸਟ ਹੋਮ ਬਾਇਰ ਹੋਵਾਂ, ਮੈਂ ਬਹੁਤ ਹੀ ਜ਼ਿਆਦਾ ਐਕਸਾਈਟਿਡ ਹੋਵਾਂ, ਕਿਉਂਕਿ ਮੈਨੂੰ ਪਤਾ ਹੈ ਕਿ ਜੇ ਮੇਰੀ ਲਾਈਫ ਦੇ ਵਿੱਚ ਪਿਛਲੇ 3 ਸਾਲ ਦੇ ਵਿੱਚ ਮੈਂ ਘਰ ਨਹੀਂ ਲੈ ਸਕਿਆ, ਹੁਣ ਮੈਨੂੰ ਉਸ ਪ੍ਰਾਈਸ ਦੇ ਉੱਤੇ ਈਜ਼ੀਲੀ ਘਰ ਮਿਲ ਰਹੇ ਹੈ, ਔਰ ਇਹ ਤੋਂ ਵੀ ਹੋਰ ਜ਼ਿਆਦਾ ਡਾਊਨਫਾਲ ਆਉਣ ਦੇ ਚਾਂਸਿਸ ਹੈਗੇ ਆ। ਸੋ ਕੋਸ਼ਿਸ਼ ਕਰੋ ਕਿ ਤੁਸੀਂ ਮਾਰਕੀਟ 'ਚ ਲੁੱਕ ਕਰੋ। ਸਭ ਤੋਂ ਪਹਿਲੀ ਗੱਲ, ਜਦੋਂ ਵੀ ਤੁਸੀਂ ਪ੍ਰੋਪਰਟੀ ਮਾਰਕੀਟ ਦੇ ਵਿੱਚ ਐਂਟਰ ਕਰਦੇ ਹੋ, ਲੋਕੇਸ਼ਨ ਇਜ਼ ਦ ਕਿੰਗ। ਆਪਣੀ ਜਿਹੜੀ ਲੋਕੇਸ਼ਨ ਹੈ ਉਹਨੂੰ ਹਮੇਸ਼ਾ ਬਹੁਤ ਹੀ ਸੋਚ ਸਮਝ ਕੇ ਚੂਜ਼ ਕਰੋ, ਕਿਉਂਕਿ ਇੱਕ ਵਾਰੀ ਜੇ ਤੁਸੀਂ ਮਾੜੀ ਲੋਕੇਸ਼ਨ ਚੂਜ਼ ਕਰ ਲਈ, ਕਈ ਵਾਰ ਹੋ ਸਕਦਾ ਤੁਸੀਂ ਉਹ ਪ੍ਰੋਪਰਟੀ ਦੇ ਨਾਲ ਸਾਰੀ ਉਮਰ ਸਟਕ ਕਰ ਜਾਓ। ਉਹ ਪ੍ਰੋਪਰਟੀ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੈ, ਨਿਕਲਦੀ ਨਹੀਂ ਹੈ। ਸੋ ਮੇਕ ਸ਼ੋਰ ਲੋਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਬਾਕੀ ਤੁਹਾਡੀ ਨੀਡਸ ਹੈ, ਤੁਹਾਡੇ ਜੇ ਤੁਹਾਡੇ ਬੱਚੇ ਹੈ, ਸਕੂਲਸ ਲਾਗੇ ਕਿੰਨੇ ਹੈ। ਫੋਰ ਐਗਜ਼ਾਮਪਲ ਜੇ ਤੁਹਾਡਾ ਬੱਚਾ 1 ਸਾਲ ਦਾ ਹੈ, ਫੋਕਸ ਤੁਹਾਡਾ ਹੋਣਾ ਚਾਹੀਦਾ ਹੈ ਚਾਈਲਡ ਕੇਅਰ ਦੇ ਵਿੱਚ, ਕਿਉਂਕਿ ਤੁਸੀਂ ਉਹ ਕੰਮ ਕਰਨਾ ਹੈ। ਜੇ ਤੁਹਾਡਾ ਬੱਚਾ 5 ਸਾਲ ਦਾ, ਫੋਕਸ ਹੋਣਾ ਚਾਹੀਦਾ ਪ੍ਰਾਇਮਰੀ ਸਕੂਲ ਕਿਹੜਾ ਲਾਗੇ ਹੈ। ਜੇ ਤੁਹਾਡਾ ਬੱਚਾ ਨਹੀਂ ਹੈਗਾ, ਤੁਹਾਡਾ ਫੋਕਸ ਹੋਣਾ ਚਾਹੀਦਾ ਕਿ ਅਸੀਂ ਆਉਣ ਵਾਲੇ ਟਾਈਮ 'ਚ ਕਦੋਂ ਬੱਚਾ ਕਰਾਂਗੇ, 3-4 ਸਾਲਾਂ ਨੂੰ, ਦੈਨ ਯੂ ਲੁੱਕ ਕਿ ਤੁਸੀਂ ਕਿਤੇ ਹੋਰ ਵੱਡੀ ਲੈਂਡ ਲੈ ਕੇ ਪ੍ਰੋਪਰਟੀ ਲੈ ਸਕਦੇ ਹੋ। ਸੋ ਪਰਸਨਲ ਸਿਚੁਏਸ਼ਨਸ ਨੂੰ ਐਨਾਲਾਈਜ਼ ਕਰਨਾ ਜ਼ਰੂਰ ਸ਼ੁਰੂ ਕਰੋ। ਉਹਦੇ ਨਾਲ ਤੁਹਾਡਾ ਫਾਇਦਾ ਹੋਏਗਾ। ਸੋ ਹੁਣ ਮੈਂ ਜਿਹੜੇ ਟਿਕਟੋਕ ਤੇ ਕੋਈ ਕੁਐਸਚਨ ਪੁੱਛਣਾ ਚਾਹੁੰਦਾ, ਮੈਂ ਮੋਰ ਦੈਨ ਵੈਲਕਮ ਕਿ ਉਹਨਾਂ ਦਾ ਆਂਸਰ ਕਰ ਸਕਾਂ। ਤੁਸੀਂ ਕੋਈ ਵੀ ਤੁਹਾਡਾ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ। ਹਾਂਜੀ, ਇੱਕ ਕੁਐਸਚਨ ਮੈਨੂੰ ਆਇਆ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਘਰ ਸੇਲ ਤੇ ਲੱਗਿਆ। ਹਾਂਜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਹੁਣ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਸਟਾਕ ਆ ਰਿਹਾ ਹੈ, ਤੇ ਗੁੱਡ ਟਾਈਮ ਹੈ, ਤੁਸੀਂ ਨੈਗੋਸ਼ੀਏਟ ਕਰ ਸਕਦੇ ਹੋ। ਇਸ ਟਾਈਮ ਦੇ ਵਿੱਚ ਸੈਲਰ ਵੀ ਮੋਟੀਵੇਟਿਡ ਹੈ, ਤੇ ਜਿਹੜੇ ਸੈਲ ਕਰਨ ਵਾਲੇ ਆ ਉਹ ਵੀ ਮੋਟੀਵੇਟਿਡ ਹੈ। ਬਾਈ ਜੀ, ਮੇਰੀ ਇਨਕਮ 75 ਪਲੱਸ ਹੈ, ਪਾਰਟਨਰ ਦੀ ਪੇਰੈਂਟਿੰਗ ਪੇਮੈਂਟ ਹੈ। ਇਹ ਡਿਪੈਂਡ ਕਰਦਾ ਤੁਸੀਂ ਲੋਨ ਕਿੰਨਾ ਲੈਣਾ ਚਾਹੁੰਦੇ ਹੋ, ਕਿੱਥੇ ਲੈਣਾ ਚਾਹੁੰਦੇ ਹੋ। ਜੇ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ, ਜੇ ਤੁਸੀਂ ਪੇਵਾਈਜੀ ਤੇ ਹੋ, ਤੇ ਤੁਹਾਨੂੰ 4.5 ਤੋਂ ਲੈ ਕੇ 5 ਲੱਖ ਤੱਕ ਦਾ ਲੋਨ ਈਜ਼ੀਲੀ ਮਿਲ ਜਾਣਾ ਚਾਹੀਦਾ ਹੈ। ਪਰ ਇਟਸ ਆਲ ਡਿਪੈਂਡ ਕਿ ਤੁਹਾਡਾ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਹੈ, ਕਿਹੜੀ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਕਿੰਨਾ ਤੁਹਾਡੇ ਕੋਲ ਡਿਪੋਜ਼ਿਟ ਹੈ। ਲੋਨ ਸਿਰਫ ਇਨਕਮ ਤੇ ਨਹੀਂ ਡਿਪੈਂਡ ਕਰਦਾ, ਲੋਨ ਡਿਪੈਂਡ ਕਰਦਾ ਤੁਹਾਡੀ ਸਰਵਿਸਿਬਿਲਿਟੀ ਤੇ, ਤੁਹਾਡੇ ਹੋਰ ਖਰਚੇ ਕਿੰਨੇ ਆ। ਜੇ ਤੁਹਾਡੇ ਤਿੰਨੇ ਬੱਚੇ ਦੀ ਉਮਰ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਸਕੂਲ ਜਾ ਰਹੇ ਆ, ਕਿਹੜੇ ਸਕੂਲ ਜਾ ਰਹੇ ਆ, ਕਿੰਨੀ ਫੀਸ ਹੈ। ਸੋ ਇਹ ਚੀਜ਼ਾਂ ਕੈਲਕੂਲੇਟ ਬਹਿ ਕੇ ਹੋਣਗੀਆਂ। ਜੇ ਤੁਹਾਨੂੰ ਕੋਈ ਵੀ ਮੁਸ਼ਕਿਲ ਆਏਗੀ ਲੋਨ ਲੈਣ 'ਚ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਤੇ ਆਈ ਵਿਲ ਹੈਲਪ ਯੂ ਟੂ ਗੈਟ ਥੀਸ ਥਿੰਗਸ ਸੌਰਟਡ। ਕਾਰ ਔਰ ਪ੍ਰੋਪਰਟੀ ਵਿਚ ਫਸਟ ਬਾਈ ਮਾਈਸੈਲਫ ਓਨਲੀ। ਭਾਜੀ, ਕਾਰ ਤੁਹਾਨੂੰ ਮੈਂ ਬੜੀ ਇੱਕ ਸੋਹਣੀ ਗੱਲ ਦੱਸਦਾ, ਜਿਹੜੀ ਮੈਨੂੰ ਮੇਰੇ ਘਰਦਿਆਂ ਨੇ ਕਹੀ ਸੀਗੀ। ਅਹ ਚੰਗੀ ਕਾਰ ਇੱਕ ਚੰਗੇ ਘਰ 'ਚ ਹੀ ਸੋਹਣੀ ਲੱਗਦੀ ਹੈ, ਔਰ ਚੰਗਾ ਘਰ ਇੱਕ ਚੰਗੀ ਜਗ੍ਹਾ 'ਚ ਸੋਹਣਾ ਲੱਗਦਾ ਹੈ। ਇੱਕ ਚੰਗੀ ਜਗ੍ਹਾ ਇੱਕ ਚੰਗੇ ਸ਼ਹਿਰ 'ਚ ਸੋਹਣੀ ਲੱਗਦੀ ਹੈ, ਤੇ ਇੱਕ ਚੰਗਾ ਸ਼ਹਿਰ ਇੱਕ ਕੰਟਰੀ 'ਚ ਚੰਗੀ ਸੋਹਣਾ ਲੱਗਦਾ ਹੈ। ਸੋ ਇਹ ਚੀਜ਼ਾਂ ਹਾਇਰਾਰਕੀ ਦੇ ਨਾਲ ਚੱਲਦੀਆਂ। ਤੁਸੀਂ ਸਭ ਤੋਂ ਪਹਿਲਾਂ ਚੰਗੀ ਕੰਟਰੀ 'ਚ ਆਏ ਹੋ, ਚੰਗੀ ਜਗ੍ਹਾ ਤੇ ਰਹਿ ਰਹੇ ਹੋ, ਚੰਗਾ ਘਰ ਲਓ, ਫਿਰ ਚੰਗੇ ਘਰ ਦੀ ਵੀ ਵਾਰੀ, ਕਾਰ ਦੀ ਵੀ ਵਾਰੀ ਆ ਜਾਏਗੀ। ਕਾਰ ਵਧੀਆ ਲੈ ਕੇ ਕਿਰਾਏ ਤੋਂ ਤੁਸੀਂ ਰਹਿ ਰਹੇ ਹੋ, ਉਹਦਾ ਮਜ਼ਾ ਨਹੀਂ ਆਉਂਦਾ। ਸੋ ਹਰ ਇੱਕ ਚੀਜ਼ ਦੀ ਆਪਣੀ ਵੈਲਿਊ ਹੈ, ਉਹਦੇ ਨਾਲ ਤੁਸੀਂ ਰਹੋ ਤੇ ਚੰਗੀ ਗੱਲ ਹੈ। ਰੀਲੀ ਅਪਰੀਸ਼ੀਏਟ ਭਾਜੀ, ਨੋ ਵਰੀਜ਼ ਪ੍ਰਿੰਸ ਵੀਰੇ। ਸੋ ਮੇਰੀ ਹਮੇਸ਼ਾ ਪ੍ਰਾਇੋਰਟੀ ਇਹ ਹੁੰਦੀ ਹੈ ਕਿ ਤੁਸੀਂ ਜਿੰਨੇ ਐਸਿਡ ਪਹਿਲਾਂ ਬਣਾ ਸਕੋ ਉਹ ਬਣਾ ਲਓ। ਮੰਨਦਾ ਮੈਂ, ਕਈ ਕਹਿੰਦੇ ਆਪਣੀ ਲਾਈਫ ਦੇ ਵਿੱਚ ਇੰਜੋਏ ਕਰਨਾ ਚਾਹੀਦਾ ਹੈ, ਔਰ ਮੈਂ ਸੱਚੀ ਦੱਸਾਂ ਐਸਿਡ ਬਣਾਉਣ 'ਚ ਵੀ ਬਹੁਤ ਮਜ਼ਾ ਆਉਂਦਾ ਹੈ। ਜਦੋਂ ਸ਼ੁਰੂਆਤ ਹੁੰਦੀ ਹੈ, ਤੁਹਾਨੂੰ ਦਿੱਕਤ ਆਉਂਦੀ ਹੈ, ਤੁਹਾਨੂੰ ਮੁਸ਼ਕਿਲ ਆਉਂਦੀਆਂ, ਤੁਸੀਂ ਸੋਚਦੇ ਹੋ ਕਿ ਮੈਂ ਕਿੱਥੇ ਫਸ ਗਿਆ, ਬਟ ਜਦੋਂ ਉਹਦਾ ਫਰੂਟ ਤੁਹਾਨੂੰ ਮਿਲਦਾ ਹੈ, ਮੈਂ ਤੁਹਾਨੂੰ
ਉਹ ਫੀਲਿੰਗ ਨਹੀਂ ਦੱਸ ਸਕਦਾ। ਉਹ ਕੋਈ ਵੀ ਫੀਲਿੰਗ ਕਿਸੇ ਵੀ ਕਾਰ ਨਾਲੋਂ ਜ਼ਿਆਦਾ ਵੱਡੀ ਹੁੰਦੀ ਹੈ, ਕਿਸੇ ਵੀ ਚੀਜ਼ ਨਾਲੋਂ, ਕਿਉਂਕਿ ਜਿਹੜੇ ਐਸੈਟ ਨਾ ਫਿਰ ਤੁਹਾਨੂੰ ਇੰਨਾ ਸਿਕਿਉਰ ਮਹਿਸੂਸ ਹੁੰਦਾ, ਕੋਈ ਵੀ ਸਿਚੁਏਸ਼ਨ ਹੋਵੇ। ਮੈਂ ਕਦੀ ਆਪਣਾ ਕ੍ਰੈਡਿਟ ਕਾਰਡ ਪੇ ਕਰਨ ਲੱਗਿਆ ਸੋਚਿਆ, ਮੈਂ ਕਦੀ ਆਪਣਾ ਬਿੱਲ ਪੇ ਕਰਨ ਲੱਗੇ ਨਹੀਂ ਸੋਚਿਆ। ਉਹ ਕਾਰਨ ਇਹੀ ਸੀਗਾ ਕਿ ਮੈਂ ਰਾਈਟ ਪਾਥ ਰਾਈਟ ਟਾਈਮ ਤੇ ਚੂਜ਼ ਕੀਤਾ। ਸੋ ਇਸ ਕਰਕੇ ਲਾਈਫ ਦੇ ਵਿੱਚ ਜਿਹੜੇ ਸਟੈਪਸ ਹੈ ਉਹ ਨਾਲ ਨਾਲ ਲਓ, ਚੰਗੀ ਗੱਲ ਹੈ। ਬਾਕੀ ਤੁਸੀਂ ਜਿੰਨਾ ਮਰਜ਼ੀ ਦਿਖਾ ਲਓ, ਜਿੰਨੇ ਮਰਜ਼ੀ ਲੋਕਾਂ ਨੂੰ ਦਿਖਾ ਲਓ, ਕਿਸੇ ਨੇ ਤੁਹਾਨੂੰ ਅਪਰੀਸ਼ੀਏਟ ਨਹੀਂ ਕਰਨਾ। ਹਰ ਇੱਕ ਨੇ ਕੋਈ ਨਾ ਕੋਈ ਚੀਜ਼ ਤੁਹਾਡੀ ਮਾੜੀ ਕੱਢ ਹੀ ਲੈਣੀ ਹੈ ਇਸ ਦੁਨੀਆ ਦੇ ਵਿੱਚ। ਜੇ ਬਾਬੇ ਨਾਨਕ ਨੂੰ ਨਹੀਂ ਲੋਕਾਂ ਨੇ ਬਖਸ਼ਿਆ, ਤੁਸੀਂ ਕੌਣ ਹੋ? ਸੋ ਕੋਸ਼ਿਸ਼ ਕਰੋ ਆਪਣੀ ਲਾਈਫ ਨੂੰ ਸੌਖਾ ਕਰੋ। ਸਟ੍ਰੈਸ ਲੈ ਕੇ ਕੋਈ ਫਾਇਦਾ ਨਹੀਂ ਹੈ, ਜ਼ਿਆਦਾ ਆਪਣੇ ਆਪ ਨੂੰ ਐਕਸਪੈਂਡ ਕਰਕੇ ਕੋਈ ਫਾਇਦਾ ਨਹੀਂ ਹੈ। ਸੋ ਉਸ ਚੀਜ਼ ਨੂੰ ਕਰੋ ਕਿ ਜਿੱਦਾਂ ਤੁਸੀਂ ਆਪਣੇ ਫਿਊਚਰ ਕਿਸੇ ਨੇ ਨਹੀਂ ਦੇਖਿਆ, ਬਟ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਚੀਜ਼ ਨੂੰ ਪਲਾਨ ਕਰਕੇ ਇਨਵੈਸਟ ਕਰੀਏ। ਅਹ, ਹਾਊ ਮਚ ਲੋਨ ਵੀ ਕੈਨ, ਓਕੇ, ਇੱਕ ਕੁਐਸਚਨ ਹੋਰ ਆਇਆ, ਕਹਿੰਦੇ ਕਿ ਅਸੀਂ ਕਿੰਨਾ ਲੋਨ ਲੈ ਸਕਦੇ ਆ। ਮੈਂ ਹੁਣੇ ਜਿਵੇਂ ਪ੍ਰਿੰਸ ਵੀਰ ਨੂੰ ਰਿਪਲਾਈ ਕੀਤਾ ਸੀਗਾ ਕਿ ਇਟ ਆਲ ਡਿਪੈਂਡਸ ਔਨ ਪਰਸਨਲ ਸਿਚੁਏਸ਼ਨ, ਇਟ ਆਲ ਡਿਪੈਂਡਸ ਔਨ ਸਰਵਿਸ ਕੈਪੇਬਿਲਿਟੀ। ਤੁਸੀਂ ਕੀ ਕਰ ਰਹੇ ਹੋ, ਕਿੱਥੇ ਕਰ ਰਹੇ ਹੋ, ਕਿਵੇਂ ਕਰ ਰਹੇ ਹੋ। ਇੱਕ ਚੀਜ਼ ਬਹੁਤ ਘੱਟ ਲੋਕਾਂ ਨੂੰ ਨੋਟ ਹੁੰਦੀ ਹੈ। ਕਈ ਵਾਰੀ ਅਸੀਂ ਨਾ ਘਰ ਲੈਣ ਕਰਕੇ ਅਸੀਂ ਇੱਕ ਏਰੀਏ 'ਚ ਰਹਿੰਦੇ ਹੁੰਦੇ ਹਾਂ, ਸਾਡੇ ਬੱਚੇ ਉੱਥੇ ਪੜ੍ਹਦੇ ਆ, ਸਾਰਾ ਕੁਛ ਹੁੰਦਾ ਹੈ, ਸਾਡਾ ਦਿਲ ਨਹੀਂ ਕਰਦਾ ਉਸ ਏਰੀਏ 'ਚੋਂ ਮੂਵ ਕਰਨ ਲਈ, ਪਰ ਉਸ ਏਰੀਏ ਦੇ ਵਿੱਚ ਘਰ ਮਹਿੰਗੇ ਹੁੰਦੇ ਆ। ਉਹ ਲੋਕਾਂ ਨੂੰ ਮੈਂ ਹਮੇਸ਼ਾ ਰਿਕਮੈਂਡ ਕਰਾਂਗਾ ਕਿ ਤੁਸੀਂ ਰੈਂਟ ਇਨਵੈਸਟਿੰਗ ਕਰੋ। ਰੈਂਟ ਇਨਵੈਸਟਿੰਗ ਇੱਕ ਟਰਮ ਹੈ ਜਿਹਦੇ ਵਿੱਚ ਤੁਸੀਂ ਖੁਦ ਰੈਂਟ ਤੇ ਰਹਿ ਰਹੇ ਹੋ, ਪਰ ਇੱਕ ਏਰੀਏ ਦੇ ਵਿੱਚ ਤੁਸੀਂ ਇਨਵੈਸਟ ਕੀਤਾ ਜਾ ਕੇ, ਜਿੱਥੇ ਤੁਸੀਂ ਘਰ ਲੈ ਲਿਆ। ਉਹਦੇ ਨਾਲ ਇਹ ਹੁੰਦਾ ਕਿ ਜਿਹੜਾ ਤੁਸੀਂ ਘਰ ਲਿਆ ਉਹ ਤੁਹਾਡਾ ਰੈਂਟ ਪੇ ਕਰੀ ਜਾ ਰਿਹਾ ਔਰ ਤੁਹਾਡੀ ਪ੍ਰੋਪਰਟੀ ਦੇ ਵਿੱਚ ਵੀ ਗੇਨ ਆ ਰਿਹਾ। ਪਰ ਜੇ ਤੁਸੀਂ ਸੋਚਦੇ ਰਹੋਗੇ ਕਿ ਅਸੀਂ ਜਿੱਥੇ ਰਹਿ ਰਹੇ ਹਾਂ, ਜੇ ਇਨਰ ਸਿਟੀ ਜਾਂ ਕਿਸੇ ਵੀ ਏਰੀਏ ਦੇ ਵਿੱਚ, ਉੱਥੇ ਜਦੋਂ ਅਸੀਂ ਅਫੋਰਡ ਕਰ ਸਕਾਂਗੇ ਅਸੀਂ ਘਰ ਲੈ ਲਾਂਗੇ। ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਤੁਹਾਡੀ ਡੈਪਰੀਸੀਏਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਮਨੀ ਦੀ। ਅੱਜ ਜਿਹੜੀ ਚੀਜ਼ ਤੁਸੀਂ ਖਰੀਦ ਸਕਦੇ ਹੋ, ਉਹ ਸ਼ਾਇਦ ਉਸੇ ਪੈਸੇ ਦੇ ਵਿੱਚ ਤੁਸੀਂ ਕੱਲ ਨਹੀਂ ਖਰੀਦ ਸਕਦੇ। ਸੋ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ। ਫੋਰ ਐਗਜ਼ਾਮਪਲ 2012 ਦੇ ਵਿੱਚ ਜੇ ਜਿਹੜਾ ਬੰਦਾ 2 ਮਿਲੀਅਨ ਦਾ ਲੋਨ ਲੈ ਸਕਦਾ ਸੀਗਾ, ਅੱਜ ਉਹੀ 7 ਲੱਖ ਦਾ ਲੋਨ ਨਹੀਂ ਲੈ ਸਕਦਾ। ਸੋ ਉਹਦੀ ਬੋਰੋਇੰਗ ਕੈਪੈਸਿਟੀ ਘਟ ਗਈ, ਇਨਫਲੇਸ਼ਨ ਉੱਪਰ ਚਲੇਗੀ। ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਐਡ ਆਨ ਕਰਦੇ ਹਾਂ ਤੇ ਇਹ ਚੀਜ਼ਾਂ ਤੁਹਾਡੇ ਅਗੇਂਸਟ ਜਾਂਦੀਆਂ। ਸੋ ਕੋਸ਼ਿਸ਼ ਕਰੋ ਟਾਈਮ ਟੂ ਟਾਈਮ ਇਨਵੈਸਟ ਕਰਦੇ ਰਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਰੈਂਟ ਵੱਡੀ ਇਨਵੈਸਟਮੈਂਟ ਹੀ $1 ਮਿਲੀਅਨ ਦਾ ਘਰ ਲੈਣਾ ਜਿੱਥੇ ਤੁਸੀਂ ਰਹਿ ਰਹੇ ਹੋ। ਤੁਸੀਂ ਛੋਟਾ 4 ਲੱਖ ਦਾ 5 ਲੱਖ ਦਾ ਘਰ ਰਹਿ ਕੇ ਰੈਂਟ ਤੇ ਚੜਾ ਦਿਓ ਔਰ ਆਪਣੇ ਕੈਸ਼ ਫਲੋ ਨੂੰ ਮੈਨੇਜ ਕਰੋ। ਪ੍ਰੋਪਰਟੀ ਪ੍ਰਾਈਸ ਹੋਰ ਥੱਲੇ ਜਾਏਗਾ, YouTube ਤੇ ਮੈਨੂੰ ਪੁੱਛ ਰਿਹਾ। ਦੇਖੋ, ਪ੍ਰੋਪਰਟੀ ਪ੍ਰਾਈਸ ਥੱਲੇ ਉੱਪਰ ਦਾ ਜਾਣ ਦਾ ਤੇ ਜਿੱਥੋਂ ਤੱਕ ਤੇ ਡਾਟਾ ਦੱਸ ਰਿਹਾ ਤੇ ਪ੍ਰਾਈਸ ਹੋਰ ਥੱਲੇ ਜਾਣਗੇ। ਬਟ ਜੇ ਤੁਸੀਂ ਬੋਟਮ ਨੂੰ ਵੇਟ ਕਰਦੇ ਰਹੋਗੇ ਸ਼ਾਇਦ ਮੁਸ਼ਕਿਲ ਹੋਏਗਾ। ਸੋ ਕੋਸ਼ਿਸ਼ ਕਰੋ, ਜੇ ਤੁਹਾਨੂੰ ਕੋਈ ਪ੍ਰੋਪਰਟੀ ਪਸੰਦ ਹੈ, ਉਹ ਤੁਹਾਨੂੰ ਲੱਗਦਾ ਹੈ ਕਿ 3 ਸਾਲ ਪਹਿਲਾਂ ਇੰਨੇ ਦੀ ਮਿਲਦੀ ਪਈ ਸੀਗੀ ਤੇ ਹੁਣ ਇੰਨੇ ਦੀ ਮਿਲਦੀ ਪਈ ਆ, ਵਾਈ ਨਾਟ ਗੋ ਫॉर ਇਟ। ਜੇ ਤੁਸੀਂ ਕਹੋ ਕਿ ਬਿਲਕੁਲ ਪ੍ਰੋਪਰਟੀ ਹਾਫ ਪ੍ਰਾਈਸ ਤੇ ਹੋ ਜਾਏਗੀ ਜਾਂ ਬਿਲਕੁਲ ਕ੍ਰੈਸ਼ ਕਰ ਜਾਏਗੀ, ਆਈ ਵਿਸ਼ ਕਿ ਉਹ ਸਿਰਫ ਸੁਪਨਾ ਹੀ ਹੈ। ਇਹ ਸੁਪਨੇ ਪੂਰੇ ਨਹੀਂ ਹੋਣਗੇ। ਜਿੰਨਾ ਇਹਨੂੰ ਕਹਿੰਦੇ ਆ ਮਾਰਕੀਟ ਕਰੈਕਸ਼ਨ। ਸੋ ਜਿਹੜੀ ਮਾਰਕੀਟ ਦੀ ਕਰੈਕਸ਼ਨ ਹੋਣੀ ਸੀਗੀ ਉਹ ਹੋ ਗਈ ਹੈ। ਉਹ ਥੋੜੀ ਜਿਹੀ ਹੋਰ ਹੈਗੀ ਆ, ਹੋਏਗੀ। ਉਸ ਤੋਂ ਬਾਅਦ ਤੁਹਾਡੀ ਸਟੈਂਡ ਸਟਿਲ ਹੋਏਗੀ। ਸਟੈਂਡ ਸਟਿਲ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਲਈ ਹਾਰਡ ਹੋ ਜਾਏਗਾ ਪ੍ਰੋਪਰਟੀ ਨੂੰ ਅਫੋਰਡ ਕਰਨਾ। ਉਹ ਸੋਚਣਗੇ ਕਿ ਮੈਨੂੰ ਇਸ ਪ੍ਰੋਪਰਟੀ ਦੇ ਵਿੱਚ ਫਾਇਦਾ ਨਹੀਂ ਹੋ ਰਿਹਾ, ਇਨਵੈਸਟਮੈਂਟ 'ਚ ਫਾਇਦਾ ਨਹੀਂ ਹੋ ਰਿਹਾ, ਮੈਂ ਕਿਉਂ ਰੱਖੀ ਹੋਈ ਹੈ। ਉਸ ਕਰਕੇ ਥੋੜੇ ਜਿਹੇ ਲੋਕ ਵੇਟ ਕਰਕੇ ਵੇਚ ਦੇਣਗੇ, ਪਰ ਪ੍ਰੋਪਰਟੀ ਦਾ ਪ੍ਰਾਈਸ ਇੰਨਾ ਥੱਲੇ ਨਹੀਂ ਆਏਗਾ, ਉਹ ਹੋਲਡਿੰਗ ਸਟੇਜ ਤੇ ਚੱਲ ਜਾਏਗਾ। ਹੁਣ ਜਿਹੜੇ ਵੇਚ ਰਹੇ ਉਹ ਪੈਨਿਕ 'ਚ ਵੇਚ ਰਹੇ, ਉਹ ਕਹਿ ਰਹੇ ਨਹੀਂ ਸਾਨੂੰ ਨੁਕਸਾਨ ਹੋ ਰਿਹਾ, ਅਸੀਂ ਨਿਕਲਣਾ ਚਾਹੁੰਦੇ ਇਸ ਮਾਰਕੀਟ ਦੇ ਵਿੱਚੋਂ। ਸੋ ਆਉਣ ਵਾਲੇ 2-3 ਸਾਲਾਂ ਦੇ ਵਿੱਚ ਪ੍ਰੋਪਰਟੀ ਹੋਲਡ ਤੇ ਰਹੇਗੀ ਅੰਟਿਲ ਅਨਲੈਸ ਗਵਰਨਮੈਂਟ ਆ ਕੇ ਕੋਈ ਨਾ ਕੋਈ ਸਕੀਮ ਦਿੰਦੀ ਹੈ ਤੇ ਉਹ ਫਿਰ ਮੋਟੀਵੇਟ ਕਰਦੀ ਹੈ ਬਾਇਰਸ ਨੂੰ। ਬਟ ਜਿਹੜੀਆਂ ਕਨਵਰਸੇਸ਼ਨਸ ਗਵਰਨਮੈਂਟ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਪਲੈਨਿੰਗ ਹੈ ਉਹ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਅਪਾਰਟਮੈਂਟ ਵੱਲ ਜ਼ਿਆਦਾ ਮੂਵ ਕੀਤਾ ਜਾਵੇ, ਤਾਂ ਕਿਉਂਕਿ ਉਹ ਇੱਕ ਤਾਂ ਸਸਤੀ ਹੈ, ਦੂਸਰਾ ਉਹ ਛੋਟੀ ਜਿਹੀ ਲੈਂਡ ਦੇ ਉੱਤੇ 200-300 ਅਪਾਰਟਮੈਂਟ ਬਣਾ ਸਕਦੇ ਹੋ। ਹੁਣ ਤੁਸੀਂ ਆਪ ਦੇਖੋ, ਜੇ ਕਿਸੇ ਡਿਵੈਲਪਮੈਂਟ ਦੇ ਵਿੱਚ 200 ਘਰ ਬਣਾਉਣੇ ਹੋਣ, ਉਹਦੇ ਲਈ 20 ਏਕੜ ਜਗ੍ਹਾ ਚਾਹੀਦੀ ਹੈ। 20 ਏਕੜ ਜਗ੍ਹਾ ਤੋਂ ਬਾਅਦ ਉਹਨਾਂ ਨੂੰ ਰੋਡਸ ਚਾਹੀਦੀਆਂ, ਸਾਰਾ ਕੁਝ ਚਾਹੀਦਾ, ਟਰਾਂਸਪੋਰਟ ਚਾਹੀਦੀ ਹੈ।
ਹੁਣ ਕਈ ਇੱਦਾਂ ਦੇ ਏਰੀਏ ਡਿਵੈਲਪ ਹੋ ਚੁੱਕੇ ਆ ਜਿਨ੍ਹਾਂ ਤੇ ਅੱਜ ਤੱਕ ਬੱਸ ਵੀ ਨਹੀਂ ਆ ਸਕੀ। ਸੋ ਇਹ ਗਵਰਨਮੈਂਟ ਦੇ ਉੱਤੇ ਲਾਇਬਿਲਿਟੀ ਹੈ। ਕਿਉਂਕਿ ਸ਼ੁਰੂਆਤ ਦੇ ਵਿੱਚ ਤੇ ਜਿਹੜਾ ਕੰਜ਼ਿਊਮਰ ਹੈ ਉਹ ਚੀਜ਼ਾਂ ਲੈ ਲੈਂਦਾ, ਬਟ ਆਉਣ ਵਾਲੇ ਟਾਈਮ ਦੇ ਵਿੱਚ ਉਹ ਫਿਰ ਕੰਪਲੇਂਟ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਮੈਨੂੰ ਬੱਸ ਨਹੀਂ ਆ ਰਹੀ, ਮੇਰਾ ਇਹ ਚੀਜ਼ ਨਹੀਂ ਹੋ ਰਹੀ, ਮੇਰੀ ਉਹ ਚੀਜ਼ ਨਹੀਂ ਹੋ ਰਹੀ। ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਉਹ ਇਹੀ ਕੋਸ਼ਿਸ਼ ਕਰ ਰਿਹਾ ਕਿ ਸਿਟੀ ਦੇ ਲਾਗੇ ਕੀਤਾ ਜਾਵੇ, ਤਾਂ ਜੋ ਉਹਨਾਂ ਨੂੰ ਨਵੇਂ ਬੱਸ ਸਟਾਪ, ਨਵੇਂ ਟ੍ਰੇਨ ਸਟੇਸ਼ਨ ਨਾ ਬਣਾਉਣੇ ਪੈਣ। ਐਗਜ਼ਿਸਟਿੰਗ ਜਿਹੜੀ ਸਰਵਿਸਿਜ਼ ਹੈ ਉਹ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਦਾ ਫਾਇਦਾ ਉਠਾ ਸਕਣ। ਮੇਰੀ ਪਰਸਨਲ ਓਪੀਨੀਅਨ ਇਹ ਹੋਏਗੀ ਕਿ ਅਪਾਰਟਮੈਂਟ ਦੇ ਵਿੱਚ ਕਦੀ ਵੀ ਇਨਵੈਸਟ ਨਾ ਕਰਿਓ। ਜੋ ਮਰਜ਼ੀ, ਜਿਵੇਂ ਮਰਜ਼ੀ, ਜਿੰਨਾ ਮਰਜ਼ੀ ਕੋਈ ਤੁਹਾਨੂੰ ਕਵੇ ਕਿ ਕਿੰਨੇ ਪੈਸੇ ਵੱਧਦੇ ਆ, ਜੇ ਤੁਹਾਨੂੰ ਸ਼ੌਂਕ ਦੇ ਲਈ ਤੁਸੀਂ ਕਿਸੇ ਹਾਈ ਰਾਈਜ਼ ਦੇ ਵਿੱਚ ਇਨਵੈਸਟ ਕਰਨਾ ਤੇ ਤੁਸੀਂ ਕਹਿ ਰਹੇ ਹੋ ਕਿ ਵਿਊ ਬਹੁਤ ਵਧੀਆ, ਨੋਟ ਅ ਪ੍ਰੋਬਲਮ। ਬਟ ਜੇ ਤੁਸੀਂ ਇਨਵੈਸਟਮੈਂਟ ਪਰਪਸਿਸ ਲਈ ਕਰਨਾ ਕਿ ਇਹਦੇ ਪੈਸੇ ਵੱਧ ਜਾਣਗੇ, ਆਈ ਸਟਰੋਂਗਲੀ ਬਲੀਵ ਕਿ ਇਹ ਗਲਤ ਗੱਲ ਹੈ। ਮਨਜਿੰਦਰ ਬਾਈ ਬਾਈ ਕਾਰ ਲੈਣਾ, ਪਰ ਪਹਿਲਾਂ ਉਹਦੇ ਲਈ ਗਰਾਜ ਬੁਲਾ ਲੈਣੀ ਚਾਹੀਦੀ ਹੈ। ਹਾਂਜੀ, ਹਾਂਜੀ, ਬਿਲਕੁਲ ਭਾਜੀ। ਇਹ ਬਹੁਤ ਇਹੀ ਗੱਲ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀਗਾ ਕਿ ਚੰਗੀ ਕਾਰ ਚੰਗੇ ਘਰ 'ਚ ਸੋਹਣੀ ਲੱਗਦੀ ਹੈ। ਤੇ ਕੋਸ਼ਿਸ਼ ਕਰੋ ਪਹਿਲਾਂ ਚੰਗਾ ਘਰ ਲਓ, ਤੇ ਜੇ ਕਿਰਾਏ ਦੇ ਘਰ ਦੇ ਵਿੱਚ ਤੁਸੀਂ ਵਧੀਆ ਗੱਡੀ ਖੜੀ ਕੀਤੀ ਹੈ, ਉਹਦਾ ਕੋਈ ਟੌਰ ਨਹੀਂ ਹੈਗੀ। ਸੋ ਕੋਸ਼ਿਸ਼ ਕਰੋ ਕਿ ਟਾਈਮ ਦੇ ਨਾਲ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਉਹਨਾਂ ਨੂੰ ਕਰੋ। ਉਹ ਇੱਦਾਂ ਹੀ ਚੰਗੀਆਂ ਲੱਗਦੀਆਂ, ਕਿਉਂਕਿ ਵਕਤ ਤੋਂ ਪਹਿਲਾਂ ਕੋਈ ਕੰਮ ਵੀ ਕੀਤਾ ਉਹ ਮਾੜਾ ਹੁੰਦਾ। ਕੰਗ ਸਾਹਿਬ, ਅਸੀਂ ਕਿਹਨੂੰ ਮਾਰਤਾ? ਤੁਸੀਂ ਦੱਸੋਗੇ? ਥੋੜਾ ਜਿਹਾ ਐਕਸਪਲੇਨ ਕਰੋ ਵੀਰ ਜੀ। ਦੇਖੋ ਜੀ, ਆਈ ਵਿਸ਼ ਕਿ ਮੈਂ ਤੁਹਾਨੂੰ ਦੱਸ ਸਕਾਂ ਇਹਦਾ ਕੋਈ ਤਰੀਕਾ, ਬਟ ਕੋਈ ਤਰੀਕਾ ਨਹੀਂ ਹੈਗਾ। ਸਟੈਂਪ ਡਿਊਟੀ ਜਿਹੜੀ ਹੈ, ਇਟਸ ਨਾਟ ਸਮਥਿੰਗ ਯੂ ਕੈਨ ਅਵੋਇਡ। ਉਹ ਜਦੋਂ ਤੁਸੀਂ ਲੋਨ ਅਪਲਾਈ ਕਰਦੇ ਹੋ, ਤੁਹਾਡਾ ਆਟੋਮੈਟਿਕਲੀ ਵੀਜ਼ਾ ਸਟੇਟਸ ਮੰਗਦੇ ਆ, ਕਿਉਂਕਿ ਤੁਹਾਨੂੰ ਲੋਨ ਨਹੀਂ ਦਿੰਦੇ। ਇਹਦੇ ਵਿੱਚ ਸਮਥਿੰਗ ਜਿਹੜੀ ਚੀਜ਼ ਤੁਸੀਂ ਅਵੋਇਡ ਨਹੀਂ ਕਰ ਸਕਦੇ, ਬਟ ਅਗੇਨ ਜੇ ਤੁਸੀਂ 491 ਤੇ ਹੋ, ਤੁਹਾਨੂੰ ਲੱਗਦਾ ਕਿ ਸਾਲ ਤੱਕ ਤੁਹਾਡਾ ਵੀਜ਼ਾ ਆ ਜਾਏਗਾ, ਤੇ ਮੈਂ ਹਾਲੇ ਕਵਾਂਗਾ ਵੇਟ ਕਰ ਲਓ। ਕਿਉਂਕਿ ਪ੍ਰੋਪਰਟੀ ਮਾਰਕੀਟ ਕਿਤੇ ਨਹੀਂ ਚੱਲੀ। ਮੈਂ ਵੀ ਇੱਥੇ ਹਾਂ, ਜੇ ਚੱਲ ਜਾਏਗੀ ਤੇ ਮੈਨੂੰ ਆ ਕੇ ਦੱਸ ਦਿਓ। ਬਟ ਮੇਰੀ ਪਰਸਨਲ ਰਿਕਮੈਂਡੇਸ਼ਨ ਹੈਗੀ, ਜੇ ਤੁਸੀਂ ਵੇਟ ਕਰਨਾ ਚਾਹੁੰਦੇ ਹੋ 1 ਸਾਲ 1.5 ਸਾਲ, ਪ੍ਰੋਪਰਟੀ ਮਾਰਕੀਟ ਕਿਤੇ ਮੂਵ ਨਹੀਂ ਕਰੇਗੀ। ਜੇ ਮੂਵ ਕਰੇਗੀ ਤੇ ਡਾਊਨਵਰਡ ਜਾਂ ਸਾਈਡਵਰਡਸ। ਅਪਵਰਡਸ ਬਹੁਤ ਹੀ ਰੇਅਰ ਚਾਂਸਿਸ ਹੈ, ਔਰ ਜੇ ਅਪਵਰਡ ਹੋਈ ਵੀ ਤੇ 1-2%, 3% ਇਨ ਕੰਪੈਰੀਜ਼ਨ ਟੂ ਨੋਰਮਲ ਇਨਫਲੇਸ਼ਨ, ਦੈਟਸ ਇਟ। ਜੇ ਤੁਸੀਂ ਕਹੋ ਕਿ ਬਹੁਤ ਜ਼ਿਆਦਾ ਭਾਜੀ, ਜਿੱਦਾਂ ਪਿਛਲੇ 4-5 ਸਾਲਾਂ ਦੇ ਵਿੱਚ ਹੋ ਗਿਆ ਸੀਗਾ, ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਤੁਸੀਂ ਸੁਣੋਗੇ ਕਿੰਨੇ ਲੋਕ ਜਿਹੜੇ ਰੀਅਲ ਸਟੇਟ ਇੰਡਸਟਰੀ ਦੇ ਨਾਲ ਬਿਲੋਂਗ ਕਰਦੇ ਆ, ਦੇ ਗੋ ਅੰਡਰ ਦ ਗਰਾਊਂਡ। ਬਹੁਤ ਜ਼ਿਆਦਾ ਬੈਂਕਰਪਸੀਜ਼ ਔਨ ਦ ਵੇ ਹੈ। ਰੀਅਲ estate agents, they are struggling, real estate businesses, they are struggling, ਔਰ ਖਾਸ ਕਰਕੇ ਡਿਵੈਲਪਰਸ ਦੇ ਆਰ ਸਟਰਗਲਿੰਗ। ਕਿਉਂਕਿ ਤੁਹਾਨੂੰ ਇਹ ਸਮਝਣਾ ਚਾਹੀਦਾ ਕਿ ਜਿਹੜਾ ਤੁਸੀਂ ਘਰ ਲੈਂਦੇ ਹੋ, ਇੱਕ ਟਾਈਮ ਦੇ ਉੱਤੇ ਉਹ 15% 20% ਤੇ ਤੁਹਾਡੇ ਕੋਲ ਡਿਪੋਜ਼ਿਟ ਲੈ ਰਹੇ ਸੀਗੇ, ਅੱਜ ਉਹ 2-2.5% ਤੇ ਵੀ ਡਿਪੋਜ਼ਿਟ ਤੇ ਬਲੋਕ ਦੇ ਰਹੇ। ਕਾਰਨ ਇਹ ਹੈ ਕਿ ਜਦੋਂ ਅਸੀਂ ਡਿਵੈਲਪਮੈਂਟ ਕਰਦੇ ਹਾਂ, ਸਾਡੀ ਡਿਵੈਲਪਮੈਂਟ ਅਪਰੂਵਡ ਹੁੰਦੀ ਹੈ ਲੋਨ ਤੇ, ਇੱਕ ਬਿਜ਼ਨਸ ਪਲਾਨ ਤੇ। ਉਹ ਬਿਜ਼ਨਸ ਪਲਾਨ ਹੈ ਜਿਹੜਾ ਅੱਜ 6% 5-7% ਦੇ ਉੱਤੇ ਇੰਟਰਸਟ ਰੇਟ ਪੈ ਰਿਹਾ। ਜੋ ਸਪੋਜ਼ ਕਰੋ ਮੈਂ ਇੱਕ ਲੈਂਡ ਲੈ ਕੇ ਡਿਵੈਲਪ ਕੀਤੀ ਹੈ, ਔਰ ਉਹਦੀ ਡਿਵੈਲਪਮੈਂਟ ਕਾਸਟ ਐਸਟੀਮੇਟ ਲਾਇਆ 30 ਮਿਲੀਅਨ। ਹੁਣ ਬੈਂਕ ਨੇ ਮੈਨੂੰ ਉਹ 30 ਮਿਲੀਅਨ ਦੀ ਪ੍ਰੋਵੀਜ਼ਨ ਕਰਤੀ ਹੈ, ਪਰ ਜੇ ਮੈਂ 10 ਮਿਲੀਅਨ ਆਲਰੇਡੀ ਕੈਸ਼ ਲੈ ਚੁੱਕਾ ਹਾਂ, ਸੜਕਾਂ ਪਾਉਣ ਲਈ, ਮਾਰਕੀਟਿੰਗ ਲਈ, ਸਬ ਡਿਵੀਜ਼ਨ ਲਈ, ਬੜੇ ਚੀਜ਼ਾਂ ਲਈ, ਮੈਂ ਉਹ 10 ਮਿਲੀਅਨ ਦਾ ਇੰਟਰਸਟ ਰੇਟ ਦੇ ਰਿਹਾ। ਸੋ ਜਿਹੜਾ ਤੁਹਾਡਾ ਡਿਪੋਜ਼ਿਟ ਉਹ 2.5% ਕਹਿ ਰਹੇ ਆ ਨਾ, ਉਹ ਇਸ ਲਈ ਕਹਿ ਰਿਹਾ ਕਿ ਉਹ ਤਾਂ ਜੋ ਆਪਣੀਆਂ ਕਿਸ਼ਤਾਂ ਦਿੰਦੇ ਰਹਿਣ। ਉਹਨਾਂ ਕੋਲ ਇਸ ਸਮੇਂ ਆਪਣੇ ਜਿਹੜੇ ਪ੍ਰੋਜੈਕਟ ਹੈ ਉਹਨਾਂ ਦੀਆਂ ਕਿਸ਼ਤਾਂ ਦੇਣ ਦੇ ਪੈਸੇ ਨਹੀਂ ਹੈਗੇ। ਇਟਸ ਵੈਰੀ ਬੈਡ ਆਊਟ ਦੇਅਰ। ਜਿਹੜਾ ਛੋਟਾ ਕੰਜ਼ਿਊਮਰ ਹੈ, ਆਈ ਥਿੰਕ ਉਹਨੂੰ ਖੁਸ਼ ਹੋਣਾ ਚਾਹੀਦਾ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਲਈ ਹੋਰ ਜ਼ਿਆਦੀਆਂ ਓਪਰਚੁਨਿਟੀਜ਼ ਨਿਕਲ ਕੇ ਆਉਣਗੀਆਂ।
ਬਾਕੀ ਜੇ ਤੁਹਾਡਾ ਕੋਈ ਡਿਫਰੈਂਟ ਵਿਚਾਰ ਹੈ, ਜੇ ਤੁਸੀਂ ਸੋਚਦੇ ਹੋ ਕਿ ਕੁਝ ਹੋਰ ਤੁਸੀਂ ਨੋਟ ਕਰ ਰਹੇ ਹੋ, ਤੁਸੀਂ ਡੈਫੀਨਿਟਲੀ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਮੈਨੂੰ। ਆਈ ਵਿਲ ਬੀ ਇੰਟਰਸਟਿਡ ਟੂ ਹੀਅਰ ਕਿ ਤੁਸੀਂ ਕੀ ਸੋਚਦੇ ਹੋ ਜੋ ਵੀ ਹੋ ਰਿਹਾ। ਨੈਕਸਟ ਈਅਰ ਤੋਂ ਰੇਟ ਕੱਟ ਹੋਣਗੇ, ਰੇਟ ਕੱਟ ਨੈਕਸਟ ਈਅਰ ਸ਼ਾਇਦ ਸ਼ੁਰੂ ਹੋ ਜਾਣ, ਬਟ ਜਿਵੇਂ ਤੁਹਾਡੀ ਇਸ ਸਮੇਂ ਕੈਪ ਰੇਟ 4.10 ਤੇ ਚੱਲ ਰਹੀ ਮੇਰੇ ਖਿਆਲ ਨਾਲ, ਜਾਂ 25 ਦੇ ਉੱਤੇ, ਉਹ ਚੀਜ਼ ਵੱਧ ਤੋਂ ਵੱਧ 3 ਤੇ ਆ ਜਾਏਗੀ, 3.25 ਤੇ ਆ ਜਾਏਗੀ। ਕਹਿਣ ਦਾ ਮਤਲਬ ਕਿ ਤੁਹਾਡਾ 1% ਇੰਟਰਸਟ ਰੇਟ ਘੱਟ ਜਾਏਗਾ। ਜੇ ਅੱਜ 6.5 ਹੈ, ਉਹ 5 ਜਾਂ 5.5 ਹੋ ਜਾਏਗਾ। ਸੋ ਇਹ ਤੋਂ ਘੱਟ ਤੁਸੀਂ ਉਮੀਦ ਨਾ ਲਾ ਕੇ ਚੱਲੋ ਕਿ ਇੰਟਰਸਟ ਰੇਟ ਥੱਲੇ ਆ ਜਾਣਗੇ। ਕਮਰਸ਼ੀਅਲ ਰਿਸਕ ਬਹੁਤ ਉੱਪਰ ਗਿਆ, ਨਾਰਮਲੀ ਇੰਨਾ ਗਰੋ ਨਹੀਂ ਕਰਦਾ। ਇਨ ਫਿਊਚਰ ਕੀ ਬਣੇਗਾ? ਅਗੇਨ ਰੀਅਲ ਸਟੇਟ ਕਮਰਸ਼ੀਅਲ ਹੋ ਗਿਆ, ਰੈਜ਼ੀਡੈਂਸ਼ੀਅਲ ਹੋ ਗਿਆ, ਪਿਛਲੇ 4 ਸਾਲਾਂ ਦੇ ਵਿੱਚ ਬਹੁਤ ਉੱਤੇ ਗਿਆ। ਜਿਹੜੀ ਕਮਰਸ਼ੀਅਲ ਹੈ, ਇਟ ਵਿਲ ਹਰਟ ਮੋਰ। ਦ ਰੀਜ਼ਨ ਇਜ਼ ਕਿ ਜਦੋਂ ਵੇਅਰ ਹਾਊਸਿਸ ਅਲੋਟ ਹੋਏ ਆ, ਉਸ ਸਮੇਂ ਸਾਰਿਆਂ ਨੇ ਲੈ ਲਿਆ ਕਿ ਰਾਈਜ਼ ਹੋ ਰਿਹਾ, ਬਟ ਓਬਵੀਅਸਲੀ ਰੈਜ਼ੀਡੈਂਸ਼ੀਅਲ ਤੁਹਾਡਾ ਕਿਰਾਏ ਤੇ ਚੱਲ ਜਾਂਦਾ, ਤੁਹਾਡਾ ਕੈਸ਼ ਫਲੋ ਈਜ਼ੀਲੀ ਚੱਲ ਜਾਂਦਾ। ਕਮਰਸ਼ੀਅਲ ਦੇ ਵਿੱਚ ਤੁਹਾਨੂੰ ਪਰਪਸ ਬਿਲਡ ਕਰਨਾ ਪੈਂਦਾ ਹੈ ਕਿ ਹਾਂ ਇਹ ਕੌਣ ਲਏਗਾ ਮੇਰੇ ਕੋ ਕਿਰਾਏ ਤੇ। ਔਰ ਮੋਸਟਲੀ ਜਦੋਂ ਵਰਕਿੰਗ ਫਰੋਮ ਹੋਮਸ ਆ ਗਏ ਚੱਕਰ, ਉਹਦੇ ਵਿੱਚ ਮੋਸਟਲੀ ਲੋਕ ਪ੍ਰੈਫਰ ਕਰ ਰਿਹਾ ਕਿ ਅਸੀਂ ਕਮਰਸ਼ੀਅਲ ਦੇ ਵਿੱਚ ਨਾ ਹੀ ਆਪਣਾ ਪੈਸਾ ਵੇਸਟ ਕਰੀਏ। ਸਰਵਿਸਿਜ਼ ਅਸੀਂ ਘਰੋਂ ਪ੍ਰੋਵਾਈਡ ਕਰ ਸਕਦੇ, ਮੋਸਟਲੀ ਅਕਾਊਂਟੈਂਟਸ ਹੋ ਗਏ, ਕੰਸਲਟੈਂਟਸ ਹੋ ਗਏ, ਘਰੋਂ ਕੰਮ ਕਰਦੇ ਆ। ਉਹ ਆਫਿਸ ਸ਼ੇਅਰਡ ਆਫਿਸਿਸ ਦੇ ਵਿੱਚ ਪ੍ਰੈਫਰੈਂਸ ਦੇ ਰਹੇ ਆ। ਔਰ ਪਹਿਲਾ ਟਾਈਮ ਹੁੰਦਾ ਸੀਗਾ ਕੰਜ਼ਿਊਮਰ ਵੇਅਰ ਹਾਊਸ ਦੇਖਣਾ ਚਾਹੁੰਦਾ ਸੀਗਾ ਜਾਂ ਆਫਿਸ ਦੇਖਣਾ ਚਾਹੁੰਦਾ ਸੀਗਾ, ਹੁਣ ਉਹਨਾਂ ਨੂੰ ਵੀ ਕੰਜ਼ਿਊਮਰ ਦੇ ਆਰ ਹੈਪੀ ਟੂ ਵਰਕ ਰਿਮੋਟਲੀ। ਸੋ ਕਮਰਸ਼ੀਅਲ ਪ੍ਰਾਪਰਟੀ ਲੈਣ ਦਾ ਤਦ ਫਾਇਦਾ ਜੇ ਤੁਸੀਂ ਖੁਦ ਕੁਝ ਕਮਰਸ਼ੀਅਲ ਕੰਮ ਕਰ ਰਹੇ ਹੋ ਤੇ ਉਹਨੂੰ ਪਰਪਸ ਬਿਲਡ ਕਰ ਸਕਦੇ ਹੋ। ਜਾਂ ਫੋਰ ਐਗਜ਼ਾਮਪਲ ਜੇ ਤੁਸੀਂ ਖੁਦ ਰੈਸਟੋਰੈਂਟ ਬਣਾਉਂਦੇ ਹੋ, ਚਲਾਉਂਦੇ ਹੋ, ਤੁਸੀਂ ਰੈਸਟੋਰੈਂਟ ਸੈਟਅਪ ਕਰਕੇ ਉਸ ਪ੍ਰਾਪਰਟੀ ਨੂੰ ਰੈਂਟ ਤੇ ਚੜਾ ਸਕਦੇ ਹੋ। ਪਰ ਜੇ ਤੁਸੀਂ ਕਹੋ ਕਿ ਖਾਲੀ ਵੇਅਰ ਹਾਊਸ ਅਸੀਂ ਕਿਸੇ ਨੂੰ ਰੈਂਟ ਤੇ ਚੜਾ ਦਈਏ ਕਿਤੇ ਵੀ ਲੈ ਕੇ, ਉਹ ਥੋੜਾ ਜਿਹਾ ਹਾਰਡ ਹੋ ਜਾਂਦਾ। ਔਰ ਜਿਹੜੀ ਇੰਟਰਸਟ ਰੇਟ ਹੈ ਕਮਰਸ਼ੀਅਲ ਦਾ, ਡੈਫੀਨਿਟਲੀ ਉਹ ਉੱਪਰ ਹੁੰਦਾ ਤੇ ਤੁਹਾਨੂੰ ਅਫੋਰਡ ਕਰਨਾ ਔਖਾ ਹੋ ਜਾਂਦਾ। ਭਾਜੀ ਰੇਟ ਕਦੋਂ ਘੱਟ ਹੋਣਗੇ? ਜਿਵੇਂ ਮੈਂ ਕਿਹਾ ਕਿ ਅਗਲੇ ਸਾਲ ਦੇ ਸ਼ੁਰੂ ਤੋਂ ਹੋ ਸਕਦਾ ਕਿ ਉਹ ਥੋੜਾ ਥੋੜਾ ਘਟਾਉਣਾ ਸ਼ੁਰੂ ਕਰ ਦੇਣ, ਬਟ ਡੋਂਟ ਐਕਸਪੈਕਟ ਕਿ 5 ਤੋਂ 5.5% ਤੋਂ ਘੱਟ ਹੋਣਗੇ। 6 6.5 ਚੱਲ ਰਿਹਾ, 7 ਵੀ ਹੈਗਾ ਕਈ ਲੋਕਾਂ ਦਾ, ਡਿਪੈਂਡਿੰਗ ਅਪੋਨ ਦਾ LVR। ਸੋ 1.5% ਘੱਟ ਜਾਏਗਾ। 5 ਤੋਂ ਲੈ ਕੇ 5.5 ਤੱਕ ਇਹ ਨਾਰਮਲ ਰਹੇਗਾ ਆਉਣ ਵਾਲੇ 2 ਸਾਲਾਂ ਦੇ ਵਿੱਚ, ਜਿੱਥੋਂ ਤੱਕ ਮੇਰਾ ਐਸਟੀਮੇਟ ਹੈ। ਔਰ ਡਿਪੈਂਡ ਕਰਦਾ ਇਕੋਨਮੀ ਕਿੱਦਾਂ ਮੂਵ ਕਰਦੀ ਹੈ, ਕਿਵੇਂ ਚੀਜ਼ਾਂ ਪੈਨ ਆਊਟ ਕਰਦੀਆਂ। ਹੋ ਸਕਦਾ ਹੈ ਹੋਰ ਘਟਾ ਦੇਣ, ਹੋ ਸਕਦਾ ਕਿ 6 ਤੋਂ 7 ਤੱਕ ਵੀ ਰਵੇ। ਸੋ ਇਟ ਆਲ ਡਿਪੈਂਡਸ ਕਿ ਇਕੋਨਮੀ ਕਿੱਦਾਂ ਕਰਦੀ ਹੈ। ਭਾਜੀ 491 ਵਾਲਿਆਂ ਜਿੱਦਾਂ ਕਿ ਡਿਪੈਂਡ ਕਰਦਾ ਤੁਹਾਨੂੰ ਵੇਟਿੰਗ ਕਿੰਨੀ ਹੈ, ਕਿੰਨੇ ਟਾਈਮ ਰਹੇਗਾ, ਕਿਉਂਕਿ ਓਬਵੀਅਸਲੀ ਤੁਹਾਨੂੰ ਪਤਾ ਹੋਏਗਾ ਕਿ ਤੁਹਾਡੀ ਪ੍ਰੋਸੈਸਿੰਗ ਪੀਰੀਅਡ ਕਿੰਨਾ ਹੈ। ਜੇ ਤੁਸੀਂ ਹੁਣੇ 419 ਪਾਈ ਹੈ, ਫਿਰ ਤੇ ਸਰ ਤੁਸੀਂ ਜਿਹੜੀ ਸਟੈਂਪ ਡਿਊਟੀ ਪੇ ਕਰ ਦਿਓ, ਕੋਈ ਚੱਕਰ ਨਹੀਂ ਹੁੰਦਾ, ਕਿਉਂਕਿ ਪ੍ਰਾਪਰਟੀ ਦੇ ਵਿੱਚ ਤੁਸੀਂ ਰੈਂਟ ਵੀ ਦੇ ਹੀ ਰਹੇ ਹੋ। ਪਰ ਜੇ ਤੁਸੀਂ ਵੇਟ ਕਰ ਸਕਦੇ ਹੋ 1 ਸਾਲ, ਫਿਰ ਵੇਟ ਕਰ ਲਓ, ਕਿਉਂਕਿ ਕਿਤੇ ਨਹੀਂ ਚੱਲੇ ਪ੍ਰਾਪਰਟੀ ਦੇ ਪ੍ਰਾਈਸਿਸ। ਕ੍ਰਿਪਟੋ ਤੇ ਵੀ ਚਾਨਣਾ ਨਾ ਪਾਓ ਭਾਜੀ। ਕ੍ਰਿਪਟੋ ਤੇ ਮੈਨੂੰ ਆਈ ਡੋਂਟ ਵਾਂਟ ਟੂ ਕਮੈਂਟ ਔਨ ਦੈਟ। ਇਟਸ ਨਾਟ ਮਾਈ ਲੀਗ। ਮੈਂ ਕਰਕੇ ਦੇਖ ਲਿਆ, ਇਟਸ ਨਾਟ ਵੈਰੀ ਸਟੇਬਲ। It's not something I would do, honestly. I don't want to say things which can mislead people, misguide people. So ਆਰਾਮ ਦੀ ਜ਼ਿੰਦਗੀ ਜੀਣੀ ਹੈ ਤੇ ਸੇਫ ਇਨਵੈਸਟਮੈਂਟ ਕਰੋ ਆਪਣੀ, ਜਿਹੜੀ ਜਿੱਤੇ ਤੁਸੀਂ ਟਰਸਟ ਕਰ ਸਕਦੇ ਹੋ। ਕਿੱਦਾਂ ਵਡਾਲਾ ਸਾਹਿਬ? ਬਹੁਤ ਵਧੀਆ। ਤੁਸੀਂ ਲਾਈਵ ਤੇ ਮੈਨੂੰ ਕਹਿ ਰਹੇ ਹੋ ਜੁਆਇਨ ਕਰਨ ਲਈ? ਮੈਨੂੰ ਸੌਰੀ, ਇੰਨਾ ਜ਼ਿਆਦਾ ਮੈਂ ਐਕਸਪੀਰੀਅੰਸ ਨਹੀਂ ਹੈਗਾ ਲਾਈਵ ਤੇ, ਸੋ ਮੈਨੂੰ ਪਤਾ ਨਹੀਂ ਲੱਗਦਾ। ਮਾਫੀ ਦੇ ਦਿਓ ਜੇ ਨਿਕਲ ਗਿਆ। ਤੇ ਸਿਡਨੀ ਭਾਜੀ, ਸਿਡਨੀ 'ਚ ਇਨਵੈਸਟਮੈਂਟ ਬਾਰੇ ਦੱਸੋ। ਸਰ ਸਿਡਨੀ ਤਾਂ ਆਲਰੇਡੀ ਇੰਨਾ ਡਿਵੈਲਪ ਹੋ ਚੁੱਕਾ ਹੈ, ਅਸੀਂ ਕੀ ਕਹੀਏ ਤੁਹਾਨੂੰ। ਮੈਂ ਕਹਿੰਦਾ ਕਿ ਮੈਂ ਖੁਸ਼ਕਿਸਮਤ ਵਾਲਾ ਕਿ ਮੈਂ ਮੈਲਬਨ ਦੇ ਵਿੱਚ ਹੈ। ਫਿਰ ਅਫੋਰਡੇਬਲ ਹੈ ਪ੍ਰਾਪਰਟੀ। ਸਿਡਨੀ ਦੇ ਵਿੱਚ ਤੇ ਕਿੰਨੀ ਕਿੰਨੀ ਦੂਰ ਸਿਟੀ ਤੋਂ ਪ੍ਰਾਪਰਟੀਜ਼ ਮਿਲ ਰਹੀਆਂ, ਸੋ ਐਕਸਪੈਂਸਿਵ। ਆਈ ਪਰਸਨਲੀ ਬਲੀਵ ਕਿ ਜੇ ਤੁਸੀਂ ਸਿਡਨੀ ਦੇ ਵਿੱਚ ਹੋ ਤੇ ਤੁਸੀਂ ਆਊਟਰ ਸਕਰਟਸ ਦੇ ਵਿੱਚ ਵੇਖੋ, ਕਿਉਂਕਿ ਇਨਰ ਸਿਟੀ ਦੇ ਵਿੱਚ ਆਈ ਡੋਂਟ ਸੀ ਕਿ ਐਜ਼ ਅ ਨੋਰਮਲ ਪਰਸਨ ਜੇ ਤੁਸੀਂ ਬਿਗਨਿੰਗ ਕਰ ਰਹੇ ਹੋ, ਤੁਸੀਂ ਚੰਗੀ ਗਰੋ ਕਰ ਸਕਦੇ ਹੋ। ਗਰੋ ਕਰਨ ਦਾ ਤਰੀਕਾ ਇੱਕੋ ਹੀ ਹੈ ਭਾਜੀ, ਆਲਵੇਜ਼ ਫੋਕਸ ਔਨ ਲੈਂਡ।
ਹਾਂਜੀ, ਇਹ ਤੁਹਾਨੂੰ ਆਪਣੇ ਬਿਲਡਰ ਦੇ ਨਾਲ ਦੇਖਣਾ ਪਏਗਾ, ਉਹ ਤੁਹਾਨੂੰ ਕਿਹੜੀ-ਕਿਹੜੀ ਚੀਜ਼ ਦਿੰਦਾ ਹੈ। ਜੇ ਆਕੂਪੈਂਸੀ ਸਰਟੀਫਿਕੇਟ ਨਹੀਂ ਆਇਆ 99% ਤੁਸੀਂ ਓਕੇ ਹੋ, ਤੁਹਾਡੇ ਕਨਵੈਂਸਰ ਨਾਲ ਗੱਲ ਕਰੋ। ਜੇ ਤੁਹਾਨੂੰ ਕਨਵੈਂਸਰ ਨਹੀਂ ਸਹੀ ਜਵਾਬ ਦਿੰਦਾ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਗਾਈਡ ਕਰਾਂਗਾ ਜਿੱਥੇ ਮੇਰੀ ਟੀਮ ਤੁਹਾਨੂੰ ਹੈਲਪ ਕਰ ਦੇਗੀ। ਭਾਜੀ ਤੁਸੀਂ ਆਨਲਾਈਨ ਕਲਾਸ ਲਗਾਉਂਦੇ ਹੋ, that is actually Arsh, Ash, I'm actually looking toward that because I'm working on few things. Hopefully in future I will do something where I can educate more people to on how to do stuff and do those sessions. ਭਾਜੀ ਮੇਰੇ ਕੋਲ ਲੈਂਡ ਹੈ ਡੋਨੀਬਰੁਕ ਚੀਜ਼ ਇਟ ਗੁੱਡ ਟਾਈਮ ਟੂ ਸੈਲ ਕੇ ਹਜੇ ਵੇਟ ਕਰ ਲਈਏ। ਭਾਜੀ not a good time to sell. If I would be in your chair and I can afford, I will build a house on it. The reason is ਕਿ ਜਿਹੜੀ ਲੈਂਡ ਹੈ ਨਾ ਤੁਹਾਡੀ, ਉਹ ਤੁਸੀਂ ਟੈਕਸ 'ਚ ਜਿਹੜੀ ਡਿਪਰੀਸ਼ੀਏਸ਼ਨ ਨਹੀਂ ਪਾ ਸਕਦੇ। ਫੋਰ ਐਗਜ਼ਾਮਪਲ ਜਿਹੜਾ ਹਾਊਸ ਹੈ, ਜੇ ਫਰਜ਼ ਕਰ ਲਓ ਤੁਸੀਂ ਉਹਦੇ ਵਿੱਚ 20,000 ਖਰਚਾ ਕੀਤਾ, 6,000 ਤੁਸੀਂ ਟੈਕਸ 'ਚ ਕਲੇਮ ਕਰ ਸਕਦੇ ਹੋ। ਪਰ ਜੇ ਲੈਂਡ 'ਤੇ ਤੁਸੀਂ 20,000 ਖਰਚਾ ਕੀਤਾ ਹੈ, ਇੰਟਰਸਟ ਰੇਟ ਦਿੱਤਾ ਹੈ, ਤੁਸੀਂ ਕੋਈ ਵੀ ਕਲੇਮ ਨਹੀਂ ਕਰ ਸਕਦੇ। ਉਹ ਜਿਹੜਾ ਸਾਰਾ ਤੁਹਾਡੀ ਲੈਂਡ ਦੀ ਜਿਹੜੀ ਸੈਲਿੰਗ ਕਾਸਟ ਹੈ ਉਹਦੇ ਵਿੱਚ ਐਡਜਸਟ ਹੁੰਦਾ, ਜਿਹਦੇ ਨਾਲ ਤੁਹਾਡੀ ਕੈਸ਼ ਫਲੋ ਦੀ ਪ੍ਰੋਬਲਮ ਆਉਂਦੀ ਹੈ। ਸੋ ਇਟਸ ਆਲ ਅਬਾਊਟ ਯੂਰ ਪਰਸਨਲ ਸਰਕਮਸਟੈਂਸਿਸ, ਕੀ ਤੁਸੀਂ ਉਹ ਲੈਂਡ ਨੂੰ ਕੰਫਰਟੇਬਲੀ ਹੋਲਡ ਕਰ ਸਕਦੇ ਹੋ। ਡੂ ਯੂ ਵਾਂਟ ਟੂ ਗੈਟ ਅ ਟੈਕਸ ਬੈਨੀਫਿਟ। ਮੈਂ ਤਾਂ ਹਮੇਸ਼ਾ ਕਹਾਂਗਾ ਕਿ ਘਰ ਨੂੰ ਬਣਾ ਕੇ ਉਹਦੇ 'ਚ ਜਿਹੜੀ ਵੈਲਿਊ ਐਡ ਹੁੰਦੀ ਹੈ ਫਿਰ ਉਹਨੂੰ ਵੇਚੋ। ਇਸ ਟਾਈਮ ਤੇ ਲੈਂਡ ਨੂੰ ਹੱਥ ਕੋਈ ਵੀ ਨਹੀਂ ਪਾਏਗਾ ਤੇ ਤੁਹਾਨੂੰ ਨੁਕਸਾਨ ਹੋਏਗਾ। ਤੁਸੀਂ ਹਾਂਜੀ, ਮੈਂ ਹੁਣ ਵੀ ਕਰਦਾ। ਆਈ ਗੋ देयर ਐਜ਼ ਅ ਲੈਕਚਰਰ, ਗੈਸਟ ਲੈਕਚਰਰ। ਬੜਾ ਸੋਹਣਾ ਕੁਐਸਚਨ ਪੁੱਛਿਆ ਗੁਰਪਾਲ ਵੀਰ ਨੇ। ਨਿਊਜ਼ੀਲੈਂਡ ਤੋਂ ਮੂਵ ਹੋਣਾ ਆਸਟ੍ਰੇਲੀਆ ਦੇ ਵਿੱਚ ਕਿਹੜੀ ਸਿਟੀ ਗੁੱਡ ਹੈ? ਭਾਜੀ ਸਭ ਤੋਂ ਪਹਿਲਾਂ ਸਿਟੀ ਸਿਟੀ ਉਨੀ ਚੰਗੀ ਹੈ ਜਿੰਨਾ ਚੰਗਾ ਤੁਹਾਡਾ ਕੰਮ ਹੈ। ਫੋਰ ਐਗਜ਼ਾਮਪਲ ਜੇ ਤੁਸੀਂ 2 ਲੱਖ ਦੀ ਜੌਬ ਪਰਥ 'ਚ ਲੈ ਲਓ, ਪਰਥ ਵਰਗੀ ਸਿਟੀ ਕੋਈ ਨਹੀਂ ਹੈ। ਜੇ ਤੁਸੀਂ 2 ਲੱਖ ਦੀ ਜੌਬ ਮੈਲਬਨ 'ਚ ਲੈ ਲਓ, ਮੈਲਬਨ ਵਰਗੀ ਸਿਟੀ ਕੋਈ ਨਹੀਂ ਹੈ। ਸੋ ਕੋਸ਼ਿਸ਼ ਇਹ ਕਰੋ ਕਿ ਫੋਕਸ ਕਰੋ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਔਰ ਤੁਹਾਡੀ ਜਿਹੜੀ ਜੌਬ ਹੈ ਉਹ ਤੁਹਾਨੂੰ ਕਿੱਥੇ ਵਧੀਆ ਮਿਲ ਸਕਦੀ ਹੈ। ਜੇ ਤੁਹਾਨੂੰ ਜਿਸ ਜਗ੍ਹਾ ਤੇ ਤੁਹਾਨੂੰ ਜੌਬ ਵਧੀਆ ਮਿਲਦੀ ਹੈ, ਉਹ ਸਿਟੀ ਤੁਹਾਡੇ ਲਈ ਬੈਸਟ ਰਹੇਗੀ। ਮੇਰਾ ਇਨ ਫਿਊਚਰ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਇਹੀ ਰਹੇਗਾ ਤੁਹਾਡੇ ਲਈ। ਓਕੇ, ਟਰੱਕ ਡਰਾਈਵਿੰਗ ਐਕਸਪੀਰੀਅੰਸ ਭਾਜੀ ਮੈਲਬਨ ਲੈ ਲਓ ਤੇ ਜਾਂ ਕੁਇਨਸਲੈਂਡ ਲੈ ਲਓ। ਇਹ 2 ਲੋਕੇਸ਼ਨ ਦੇ ਵਿੱਚ ਇਸ ਟਾਈਮ ਦੇ ਉੱਤੇ ਕਾਫੀ ਓਪਰਚੁਨਿਟੀਜ਼ ਹੈਗੀਆਂ ਟਰੱਕਿੰਗ ਐਕਸਪੀਰੀਅੰਸ ਲਈ। ਹੋਪਫੁਲੀ ਤੁਹਾਡੇ ਕੁਐਸਚਨ ਦੇ ਸਾਰਿਆਂ ਦੇ ਆਂਸਰ ਹੋ ਗਏ ਹੋਣਗੇ। ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਜੁੜੇ ਹੋਏ। ਅਗਲੇ ਹਫਤੇ ਫਿਰ ਮਿਲਣ ਦੀ ਕੋਸ਼ਿਸ਼ ਕਰਾਂਗੇ। ਗੈਰੀ ਵੀਰੇ ਮੈਨੂੰ ਸਮਝ ਨਹੀਂ ਲੱਗੀ ਕਿ ਤੁਸੀਂ ਕਿਉਂ ਕਿਹਾ ਕਿ ਸਹੀ ਜਵਾਬ ਨਹੀਂ ਦੇਣਾ, ਬਟ ਐਨੀਵੇਜ਼ I cannot change your perception.
ਆਈ'll ਟਰਾਈ ਟੂ ਗਿਵ ਯੂ ਦ ਰਾਈਟ ਆਂਸਰ, ਜੇ ਨਹੀਂ ਚੰਗਾ ਲੱਗਦਾ ਤੇ ਤੁਹਾਡੀ ਮਰਜ਼ੀ ਹੈ। ਅ, ਚਲੋ ਅਗਲੀ ਵਾਰ ਆਪਾਂ ਫਿਰ ਮਿਲਦੇ ਹਾਂ। ਅਗਲੇ ਹਫ਼ਤੇ ਫਿਰ ਮਿਲਾਂਗੇ। ਨਹੀਂ, ਨਹੀਂ ਸਰ, ਬੈਟਰ ਕੋਈ ਨਹੀਂ। ਅਗੇਨ ਗੈਰੀ ਵੀਰੇ, ਜਦੋਂ ਅਸੀਂ ਗੱਲ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕੋਈ ਚੀਜ਼ ਕਰਨ ਦੀ, ਉਹ ਨਹੀਂ ਹੁੰਦਾ ਕਿ ਅਸੀਂ ਬੈਟਰ ਜਾਣਦੇ ਹਾਂ, ਅਸੀਂ ਕਿੰਨਾ ਜਾਣਦੇ ਹਾਂ। ਅਸੀਂ ਆਪਣੇ ਸੋਚ ਦੇ ਹਿਸਾਬ ਦੇ ਨਾਲ ਕਿਸੇ ਨੂੰ ਦੱਸ ਦਈਏ, ਉਹ ਸੋਚ ਹੋ ਸਕਦਾ ਮੇਰੇ ਲਈ ਸਹੀ ਹੋਵੇ, ਤੁਹਾਡੇ ਲਈ ਗਲਤ ਹੋਵੇ। ਸੋ ਕੋਈ ਵੀ ਗਲਤ ਜਾਂ ਸਹੀ ਨਹੀਂ ਹੁੰਦਾ। ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਐਕਸਪੀਰੀਅੰਸ ਤੋਂ ਗੱਲ ਕਰੀਏ। ਸੋ ਮੈਂ ਆਪਣੇ ਹਮੇਸ਼ਾ ਐਕਸਪੀਰੀਅੰਸ ਤੋਂ ਗੱਲ ਕਰਦਾ ਕਿ ਕਿਹੜੀ-ਕਿਹੜੀ ਚੀਜ਼ ਹੋ ਸਕਦੀ ਹੈ। ਬਾਕੀ ਨੋ ਬੈਟਰ ਤੇ ਭਾਜੀ ਕਿਸੇ ਨੂੰ ਵੀ ਨਹੀਂ ਪਤਾ। ਨੋ ਵਨ ਨੋਜ਼ ਬੈਟਰ ਦੈਨ ਐਨੀਵਨ ਐਲਸ। ਸੋ ਇਸ ਕਰਕੇ ਆਪਾਂ ਸਾਰੇ ਲਰਨ ਕਰ ਰਹੇ ਹਾਂ, ਇੱਕ ਦੂਜੇ ਤੋਂ ਸਿੱਖਦੇ ਹਾਂ। ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਆਪਾਂ ਜ਼ਿਆਦਾ ਜਾਣਦੇ ਹਾਂ। ਮੂਸੇਵਾਲਾ, ਨਹੀਂ ਭਾਜੀ, ਆਪਾਂ ਗਾਲ ਨਹੀਂ ਕੱਢਣੀ ਕਿਸੇ ਨੂੰ, ਔਰ ਖ਼ਾਸ ਕਰਕੇ ਜਿਹੜਾ ਬੰਦਾ ਇਸ ਦੁਨੀਆ ਤੇ ਨਹੀਂ ਹੈਗਾ, ਨਾ, ਬਹੁਤ ਮਾੜੀ ਗੱਲ ਹੈ। ਹਾਂ, ਭਾਜੀ ਥੈਂਕ ਯੂ ਸੋ ਮਚ। ਆਲੂਵਾਲੀਆ ਜੀ, ਤੁਸੀਂ ਮੇਰੇ ਮੂੰਹ ਦੀ ਗੱਲ ਕਹਿ ਤੀ। ਬਹੁਤ-ਬਹੁਤ ਮਿਹਰਬਾਨੀ ਕਿ ਅਕਲ ਨੂੰ ਹੱਥ ਮਾਰੇ ਹੋ ਜਿੰਨੇ ਵੀ ਇਹ ਕਮੈਂਟ ਪਾਇਆ। ਨੋ ਵਰੀਜ਼, ਗੁੱਡ ਸਲੀਪ ਬ੍ਰਦਰ। ਅਗੇਨ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਇੰਨਾ ਪਿਆਰ ਦਿੰਦੇ ਹੋ, ਹਮੇਸ਼ਾ ਦਿੰਦੇ ਹੋ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਜਿੰਨਾ ਕਿ ਮੇਰੀ ਮੇਰੀ ਔਕਾਤ ਹੈ, ਜਿੰਨੀ ਕੁ ਮੇਰੀ ਨੌਲੇਜ ਹੈ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ, ਤੁਹਾਨੂੰ ਇਨਫੋਰਮੇਸ਼ਨ ਦੇ ਸਕਾਂ। ਤੁਹਾਡੇ ਕੋਲ ਸਿੱਖ ਸਕਾਂ, ਤੁਹਾਡੀ ਲਾਈਫ ਤੋਂ ਸਿੱਖ ਸਕਾਂ, ਆਪ ਦੀ ਲਾਈਫ ਤੋਂ ਤੁਹਾਨੂੰ ਸਿਖਾ ਸਕਾਂ। ਸੋ ਅਗਲੇ ਹਫ਼ਤੇ ਸੈਟਰਡੇ ਨੂੰ ਫਿਰ ਮਿਲਣ ਦੀ ਕੋਸ਼ਿਸ਼ ਹੋਏਗੀ ਤੇ ਆਪਾਂ ਉਨੀ ਦੇਰ ਤੀਕਰ ਤੁਸੀਂ ਆਪਣਾ ਧਿਆਨ ਰੱਖਿਓ, ਖੁਸ਼ ਰਹਿਓ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ।